ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਸਿੱਖ ਚੈਨਲ ਦੇ ਇੱਕ ਖਾਸ ਪ੍ਰੋਗਰਾਮ ਦੇ ਵਿੱਚ ਨਿੱਘਾ ਤੇ ਹਾਰਦਿਕ ਸਵਾਗਤ ਕਰਦੇ ਹਾਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਵੇਂ ਕਿ ਪਿਛਲੇ ਦਿਨਾਂ ਤੋਂ ਅਸੀਂ ਇੱਕ ਲੜੀ ਚਲਾਈ ਹੈ ਪ੍ਰੋਗਰਾਮਾਂ ਦੀ ਕਿ ਪੰਜਾਬ ਦੇ ਵਿੱਚ ਜੋ ਪੰਜਾਬ ਨੂੰ ਦਰਪੇਸ਼ ਚੁਣੌਤੀਆਂ ਨੇ ਉਹਨਾਂ ਦੇ ਸੰਦਰਭ ਦੇ ਵਿੱਚ ਹੋਰ ਕਿਹੜੀਆਂ ਸਮੱਸਿਆਵਾਂ ਨੇ। ਖਾਸ ਤੌਰ ਤੇ ਜਦੋਂ ਅਸੀਂ ਸਿੱਖ ਪੰਥ ਦੀ ਗੱਲ ਕਰਦੇ ਹਾਂ ਤਾਂ ਸਿਆਸਤ ਦੀ ਗੱਲ ਕਰਦੇ ਹਾਂ ਤੇ ਬੜਾ ਹੀ ਝਮੇਲਾ ਬਾਵੇਲਾ ਇਸ ਵੇਲੇ ਪੈਦਾ ਹੋ ਗਿਆ ਹੈ। ਔਰ ਅੱਜ ਅਸੀਂ ਗੱਲ ਕਰਾਂਗੇ ਇੱਕ ਖਾਸ ਸ਼ਖਸੀਅਤ ਦੇ ਨਾਲ ਜਿਨ੍ਹਾਂ ਦੇ ਬਾਰੇ ਦੱਸ ਦਈਏ ਕਿ ਜੋ ਤੁਹਾਨੂੰ ਪਤਾ ਹੈ ਕਿ ਲੰਮੇ ਸਮੇਂ ਤੋਂ 1943-44 ਤੋਂ ਜਿਹੜੀ ਜੇ ਕਹਿ ਦਈਏ ਕਿ ਸਿੱਖਾਂ ਦੀ ਇੱਕ ਮਹਾਨ ਵਿਦਿਆਰਥੀਆਂ ਦੀ ਜਥੇਬੰਦੀ ਜਿਹੜੀ ਬਣੀ ਸੀ, ਜਿਸ ਨੂੰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਮ ਨਾਲ ਯਾਦ ਕੀਤਾ ਗਿਆ ਸੀ। ਔਰ ਉਸ ਦਾ ਜੋ ਯੋਗਦਾਨ ਰਿਹਾ 47 ਦੇ ਵਿੱਚ ਇੱਕ ਬੜਾ ਵੱਡਮੁੱਲਾ ਯੋਗਦਾਨ ਸੀ ਵੰਡ ਦੇ ਵੇਲੇ, ਤੇ ਉਸ ਤੋਂ ਬਾਅਦ ਪੰਜਾਬੀ ਸੂਬੇ ਦਾ ਜੋ ਮੋਰਚਾ ਸੀ ਉਹਦੇ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਰਿਹਾ। ਤੇ ਅੱਜ ਸਾਡੇ ਨਾਲ ਉਹ ਸ਼ਖਸੀਅਤ ਮਹਾਨ ਜੁੜੀ ਹੈ ਜਿਨ੍ਹਾਂ ਨੇ ਇਸ ਸਭਾ ਦੇ ਵਿੱਚ, ਇਸ ਮਹਾਨ ਸੰਗਠਨ ਦੇ ਵਿੱਚ, ਸਿੱਖ ਸੰਗਠਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਮੇਰੀ ਮੁਰਾਦ ਹੈ ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ ਪੀਰ ਮੁਹੰਮਦ। ਆਓ ਉਹਨਾਂ ਦਾ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ। ਭਾਈ ਸਾਹਿਬ ਜੀ, ਕਰਨੈਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਵਿੱਚ ਵਸਦੀਆਂ ਸਿੱਖ ਸੰਗਤਾਂ ਨੂੰ ਔਰ ਸਿੱਖ ਚੈਨਲ ਦੇ ਸਮੁੱਚੇ ਸਰੋਤਿਆਂ ਨੂੰ ਦਾਸ ਕਰਨੈਲ ਸਿੰਘ ਪੀਰ ਮੁਹੰਮਦ ਦੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਜੀ, ਸਵਾਗਤ ਕਰਦੇ ਹਾਂ ਕਿ ਤੁਸੀਂ ਸਮਾਂ ਕੱਢ ਕੇ ਸਿੱਖ ਚੈਨਲ ਦੇ ਨਾਲ ਗਾਹੇ ਬਗਾਹੇ ਜੁੜਦੇ ਹੋ। ਜੋ ਵੀ ਸਾਡੀ ਸਿੱਖ ਪੰਥ ਦੇ ਕੌਮੀ ਮੁੱਦੇ ਨੇ ਜਾਂ ਸਿਆਸਤ ਦੇ ਮੁੱਦੇ ਨੇ ਉਹਨਾਂ ਦੇ ਨਾਲ ਤੁਸੀਂ ਵਾਬਸਤਾ ਹੋ ਬੜੇ ਲੰਮੇ ਸਮੇਂ ਤੋਂ। ਅੱਜ ਤੁਹਾਤੋਂ ਪੁੱਛਾਂਗੇ ਕਿ ਤੁਸੀਂ ਇਸ ਜਿਹੜੀ ਲਹਿਰ ਜਿਹਦੀ ਅਸੀਂ ਗੱਲ ਕੀਤੀ ਹੈ ਇਹਦੇ ਨਾਲ ਤੁਸੀਂ ਕਦੋਂ ਕੁ ਜੁੜੇ ਤੇ ਤੁਸੀਂ ਕਿੰਨਵੇਂ ਪ੍ਰਧਾਨ ਬਣੇ ਤੇ ਤੁਹਾਡੇ ਕਾਰਜਕਾਲ ਦੌਰਾਨ ਕਿਹੜੀਆਂ ਯਾਦਗਾਰੀ ਜਿਹੜੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਦੇ ਵਿੱਚ ਤੁਹਾਡਾ ਅਹਿਮ ਰੋਲ ਰਿਹਾ। ਸੋ ਇਹਦੇ ਸਾਰੇ ਬਾਰੇ ਸਾਨੂੰ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ ਜੀ, ਮਿਹਰਬਾਨੀ। ਦੇਖੋ ਜੀ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਬਾਰੇ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਹੀ ਦੱਸ ਦਿੱਤਾ ਹੈ ਕਿ 13 ਸਤੰਬਰ 1943 ਨੂੰ ਲਾਹੌਰ ਦੇ ਮਿੰਟਗੁਮਰੀ ਕਾਲਜ ਦੇ ਵਿੱਚ 13 ਨੌਜਵਾਨਾਂ ਨੇ, 13 ਸਿੱਖ ਪਾੜਿਆਂ ਨੇ ਇਕੱਠੇ ਹੋ ਕੇ ਇਸ ਦਾ ਗਠਨ ਕੀਤਾ ਸੀ। ਔਰ ਇਸ ਨੂੰ ਇਸ ਕਰਕੇ ਬਣਾਇਆ ਗਿਆ ਸੀ ਕਿ ਸਿੱਖ ਕੌਮ ਦੇ ਵਿੱਚ ਜਿਹੜੀ ਨੌਜਵਾਨ ਜਿਹੜੀ ਅਵਸਥਾ ਹੈ ਉਸ ਨੂੰ ਕਿਵੇਂ ਸੰਭਾਲਿਆ ਜਾਵੇ, ਨੌਜਵਾਨ ਪੀੜ੍ਹੀ ਨੂੰ ਇਹ ਦਰਪੇਸ਼ ਮੁਸ਼ਕਲਾਂ ਜਿਹੜੀਆਂ ਕੌਮ ਨੂੰ ਨੇ ਉਹਨਾਂ ਤੋਂ ਕਿਵੇਂ ਜਾਣੂ ਕਰਾਇਆ ਜਾਵੇ, ਔਰ ਗੁਰੂ ਸਾਹਿਬਾਨ ਨੇ ਜਿਹੜਾ ਸਾਡਾ ਇਤਿਹਾਸ ਸਿਰਜਿਆ ਹੈ ਉਸ ਇਤਿਹਾਸ ਨੂੰ ਕਿਵੇਂ ਸੰਭਾਲਿਆ ਜਾਵੇ। ਇਹਨਾਂ ਸਾਰੇ ਮਕਸਦਾਂ ਨੂੰ ਲੈ ਕੇ ਜਦੋਂ ਉੱਥੇ ਮੁਸਲਿਮ ਲੀਗ ਸਟੂਡੈਂਟ ਬਣ ਰਹੀ ਸੀ, ਜਦੋਂ ਹਿੰਦੂ ਸਟੂਡੈਂਟਸ ਬਣ ਰਹੀ ਸੀ, ਉਸ ਵਕਤ ਸਰਦਾਰ ਅਮਰ ਸਿੰਘ ਅੰਬਾਲਵੀ, ਸਰਦਾਰ ਸਰੂਪ ਸਿੰਘ ਤੇ ਹੋਰ ਸਰਦਾਰ ਜਵਾਹਰ ਸਿੰਘ ਵਰਗੇ ਉਸ ਵੇਲੇ ਦੇ ਜਿਹੜੇ ਨੌਜਵਾਨਾਂ ਨੇ ਉਹਨਾਂ ਨੇ ਇਕੱਠੇ ਹੋ ਕੇ ਇਸ ਦਾ ਗਠਨ ਕੀਤਾ। ਔਰ ਇਸ ਜਥੇਬੰਦੀ ਦਾ ਜਿਹੜਾ ਸਭ ਤੋਂ ਸੁਨਹਿਰੀ ਇਤਿਹਾਸ ਹੈ ਜਿਸ ਦੇ ਵਿੱਚ ਕਿ ਇਹਨੇ ਸਿੱਖ ਕੌਮ ਨੂੰ ਜੋ ਉਸ ਦੀ ਆਜ਼ਾਦੀ ਦੀ ਸੰਕਲਪ ਹੈ ਉਸ ਤੋਂ ਜਾਣੂ ਕਰਵਾਇਆ। ਔਰ ਜਿਹੜਾ ਸਿੱਖ ਰਾਜ ਦਾ ਮਤਾ ਹੈ ਉਹ ਸਭ ਤੋਂ ਪਹਿਲਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਲੈ ਕੇ ਆਈ, ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਉਸ ਨੂੰ ਪ੍ਰਵਾਨ ਕੀਤਾ ਤੇ ਅੱਗੇ ਜਾ ਕੇ ਸ਼੍ਰੋਮਣੀ ਅਕਾਲੀ ਦਲ ਵਰਗੇ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੇ ਵੀ ਅੱਗੇ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਲੀਡਰਸ਼ਿਪ ਨੇ ਆਪਣਾ ਪ੍ਰਵੇਸ਼ ਕੀਤਾ। ਤਾਂ ਇਸ ਸਮੇਂ ਦੇ ਦਰਮਿਆਨ ਜਿਹੜੇ ਪਤਤ ਪੁਣੇ ਦੀ ਲਹਿਰ ਚੱਲਦੀ ਸੀ ਉਸ ਵੇਲੇ ਵੀ, ਤੇ ਕਪੂਰਥਲੇ ਦਾ ਜਿਹੜਾ ਮਹਾਰਾਜਾ ਸੀ ਉਸ ਵੇਲੇ, ਉਹ ਜਦੋਂ ਇੱਕ ਪਤਤ ਮਹਾਰਾਜਾ ਜਿਹੜਾ ਉਹ ਇੱਥੇ ਆਉਣਾ ਚਾਹੁੰਦਾ ਸੀ ਖਾਲਸਾ ਕਾਲਜ, ਤਾਂ ਉਸ ਵਕਤ ਉਸ ਦਾ ਵਿਰੋਧ ਕਰਕੇ ਇਹ ਕਿਹਾ ਗਿਆ ਕਿ ਤੁਸੀਂ ਜੇ ਸਿੱਖ ਕੌਮ ਦੀ ਇੱਕ ਜਿਹੜੀ ਅਸਲ ਪਰੰਪਰਾ ਹੈ, ਜਿਹੜਾ ਸਿਧਾਂਤ ਹੈ, ਜਿਹੜੀ ਸੋਚ ਹੈ, ਉਸ ਤੇ ਤੁਹਾਨੂੰ ਪਹਿਰਾ ਦੇਣਾ ਚਾਹੀਦਾ ਹੈ। ਤਾਂ ਇਸ ਤਰ੍ਹਾਂ ਦੇ ਕਈ ਮਸਲੇ ਨੇ ਜਿਹੜੇ ਉਸ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਪਣੇ ਪਲੇਟਫਾਰਮ ਤੋਂ ਉਭਾਰਿਆ। ਤੇ ਮੇਨ ਮਕਸਦ ਸੀ ਕਿ ਜਿਹੜੇ ਅੱਜ ਦਾ ਸ਼੍ਰੋਮਣੀ ਅਕਾਲੀ ਦਲ ਹੈ, ਇਹ ਸ਼੍ਰੋਮਣੀ ਅਕਾਲੀ ਦਲ ਅੱਜ ਜਿਸ ਤਰੀਕੇ ਦੀ ਇਹਦੀ ਬਣਤਰ ਬਣ ਗਈ, ਜਿਹਦੇ ਵਿੱਚ ਧੀਆਂ ਪੁੱਤਾਂ, ਭਤੀਜਿਆਂ, ਭਰਾਵਾਂ ਤੇ ਜਿਹੜਾ ਪਰਿਵਾਰਵਾਦ ਨੇ ਇਸ ਨੂੰ ਜਕੜ ਰਿਹਾ, ਤੇ ਜਦੋਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਲੀਡਰਸ਼ਿਪ ਹੁੰਦੀ ਸੀ ਤਾਂ ਉਸ ਦੇ ਵਿੱਚੋਂ ਬਹੁਤ ਸਾਰੇ ਆਗੂ ਜਿਹੜੇ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਾਂਦੇ ਸਨ ਤੇ ਉਹਨਾਂ ਨੂੰ ਉੱਥੇ ਮੌਕਾ ਮਿਲਦਾ ਸੀ
ਕਿ ਉਹ ਆਪਣੇ ਧਰਮ ਪ੍ਰਤੀ, ਸਿੱਖ ਕੌਮ ਪ੍ਰਤੀ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪਲੇਟਫਾਰਮ ਤੋਂ ਬੜੀ ਬਾਖੂਬੀ ਢੰਗ ਦੇ ਨਾਲ ਉਹ ਨਿਭਾਉਂਦੇ ਸਨ। ਤੇ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ, ਜਿਨ੍ਹਾਂ 'ਚ ਜਥੇਦਾਰ ਮੋਹਨ ਸਿੰਘ ਤੋੜ ਵਰਗੇ, ਜਾਂ ਸ਼ੁਰੂ ਦੇ ਵਿੱਚ ਬਾਬਾ ਖੜਕ ਸਿੰਘ ਜੀ ਵਰਗੇ, ਔਰ ਜਿਹੜੇ ਮਾਸਟਰ ਤਾਰਾ ਸਿੰਘ ਜੀ ਵਰਗੇ, ਉਹਨਾਂ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਇੱਕ ਬੜਾ ਹੀ ਮਾਣ ਸਤਿਕਾਰ ਭਰਿਆ ਰੁਤਬਾ ਜਿਹੜਾ ਦਈ ਰੱਖਿਆ। ਔਰ ਜਿਹੜਾ ਫੈਡਰੇਸ਼ਨ ਦਾ ਦਫ਼ਤਰ ਵੀ ਸੀ ਪਹਿਲਾਂ, ਜਿਹੜਾ ਗਠਿਤ ਕੀਤਾ ਗਿਆ ਸੀ ਲਾਹੌਰ ਵਿੱਚ, ਉੱਥੇ ਇੱਕ ਦੇ ਵਿੱਚ ਜਿਹੜਾ ਅੱਜ ਦਾ ਲੀਡਿੰਗ ਅਜੀਤ ਅਖਬਾਰ ਛਪਦਾ, ਬਹੁਤ ਦੇਸ਼ ਦੁਨੀਆ ਦੇ ਵਿੱਚ ਜਾਂਦਾ, ਇੱਕ ਕਮਰੇ ਦੇ ਵਿੱਚ ਅਜੀਤ ਅਖਬਾਰ ਛਪਦਾ ਸੀ ਔਰ ਦੂਸਰੇ ਕਮਰੇ ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਦਫ਼ਤਰ ਹੁੰਦਾ ਸੀ। ਤਾਂ ਇਸ ਤਰ੍ਹਾਂ ਇਹ ਜਿਹੜੀ ਜਥੇਬੰਦੀ ਹੈ, ਇਸ ਦਾ ਇੱਕ ਛਾਨਾ ਮਤਾ ਇਤਿਹਾਸ ਹੈ, ਜਿਸ ਦੇ ਵਿੱਚ ਦਾਸ ਨੂੰ ਵੀ ਮੌਕਾ ਮਿਲਿਆ ਬਚਪਨ ਤੋਂ ਹੀ, ਮੰਨ ਲਓ ਕਿ 12-14 ਸਾਲ ਦੀ ਜਦੋਂ ਏਜ ਸੀ, ਉਦੋਂ ਤੋਂ ਹੀ ਅਸੀਂ ਫੈਡਰੇਸ਼ਨ ਵੱਲ ਤੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਵੱਲ, ਜਿਹੜੀ ਦਮਦਮੀ ਟਕਸਾਲ ਦੀ ਅਗਵਾਈ ਕਰ ਰਹੇ ਸਨ, ਉਹਨਾਂ ਵੱਲ ਸਾਡਾ ਧਿਆਨ ਕੇਂਦਰਿਤ ਹੋਇਆ। ਭਾਈ ਅਮਰੀਕ ਸਿੰਘ, ਜਿਹੜੇ ਕਿ ਸਵਰਗਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਲਖਤੇ ਜਿਗਰ ਸਨ, ਉਹਨਾਂ ਨਾਲ ਉਹਨਾਂ ਦੀ ਅਗਵਾਈ ਨੂੰ ਵੇਖਿਆ, ਭਾਈ ਹਰਮਿੰਦਰ ਸਿੰਘ ਸੰਧੂ ਦੀ ਅਗਵਾਈ ਨੂੰ ਵੇਖਿਆ, ਤਾਂ ਉਸ ਦੇ ਵਿੱਚ ਵਰਕਰ ਦੇ ਤੌਰ ਤੇ, ਸਰਕਲ ਪ੍ਰਧਾਨ ਦੇ ਤੌਰ ਤੇ, ਔਰ ਜ਼ਿਲ੍ਹਾ ਜਨਰਲ ਸਕੱਤਰ ਦੇ ਤੌਰ ਤੇ, ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ, ਫਿਰ ਜਥੇਬੰਦੀ ਦੇ ਅਲੱਗ-ਅਲੱਗ ਮੀਤ ਪ੍ਰਧਾਨ, ਜਨਰਲ ਸਕੱਤਰ, ਸਕੱਤਰ ਜਨਰਲ, ਸੀਨੀਅਰ ਮੀਤ ਪ੍ਰਧਾਨ, ਤੇ ਫਿਰ 5 ਸਿੰਘ ਸਾਹਿਬਾਨ ਨੇ 19 ਜਨਵਰੀ 1995 ਨੂੰ ਪ੍ਰੋਫੈਸਰ ਮਨਜੀਤ ਸਿੰਘ ਉਦੋਂ ਐਕਟਿੰਗ ਪ੍ਰਧਾਨ ਸਨ, ਜਿਵੇਂ ਅੱਜ ਕੱਲ੍ਹ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਨੇ, ਉਦੋਂ ਸਿੰਘ ਸਾਹਿਬਾਨ ਨੇ ਫੈਡਰੇਸ਼ਨ ਦੇ ਵਿੱਚ ਤੇ ਅਕਾਲੀ ਦਲ ਦੇ ਵਿੱਚ ਏਕਤਾ ਦਾ ਫੈਸਲਾ ਕਰਾਇਆ ਸੀ। ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਉਦੋਂ ਗਠਨ ਹੋਇਆ ਸੀ, ਦੂਜੇ ਪਾਸੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਅਗਵਾਈ ਦਾਸ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਸੌਂਪੀ। ਬੜਾ ਤੁਸੀਂ ਲੰਮਾ ਸਮਾਂ ਸੰਘਰਸ਼ ਦੇ ਵਿੱਚ ਲੰਘਾਇਆ, ਜਿਹੜਾ ਉਹ ਬੜਾ ਔਖਾ ਸਮਾਂ ਸੀ, ਜਿਨ੍ਹਾਂ ਸਮਿਆਂ ਦੇ ਵਿੱਚ ਤੁਸੀਂ ਪ੍ਰਧਾਨ ਬੜੇ। ਕੋਈ ਖਾਸ ਯਾਦਗਾਰੀ ਘਟਨਾ ਜੋ ਤੁਹਾਡੇ ਕਾਰਜਕਾਲ ਦੌਰਾਨ ਘਟੀ ਹੋਵੇ, ਤੇ ਉਹ ਵੀ ਸਾਡੇ ਦਰਸ਼ਕਾਂ ਨਾਲ ਤੁਸੀਂ ਉਹਦੀ ਸਾਂਝ ਪਾ ਸਕਦੇ ਆ ਜੀ। ਦੇਖੋ ਜੀ, ਇਹ ਸਮਾਂ ਜਿਹੜਾ ਸੀ, ਇਹ 1982, 1984 ਤੇ ਫਿਰ 1991, 1990, 91 ਦਾ ਸਮਾਂ, ਇਹ ਜਿੰਨਾ ਵੀ ਸਮਾਂ ਸੀ, ਇਹ ਦਿਖਾਂਤ ਭਰਿਆ ਸਮਾਂ ਸੀ। ਇਸ ਦਿਖਾਂਤ ਭਰੇ ਸਮੇਂ ਦੇ ਵਿੱਚ ਜਿਹੜਾ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ, ਤਾਂ ਮੈਂ ਸਮਝਣਾ ਕਿ ਮੇਰੇ ਹਿੱਸੇ ਜਿਹੜੀ ਇੱਕ ਵੱਡੀ ਸੇਵਾ ਆਈ, ਉਹ ਇਹ ਸੀ ਕਿ ਜਿਹੜਾ ਨਵੰਬਰ 1984 ਸਿੱਖ ਨਸਲਕੁਸ਼ੀ ਹੋਈ, ਜਿਸ ਨੂੰ ਦਿੱਲੀ ਦੰਗਿਆਂ ਦੇ ਨਾਂ ਨਾਲ ਪ੍ਰਚਾਰਿਆ ਜਾਂਦਾ ਸੀ, ਤਾਂ ਉਸ ਦਿੱਲੀ ਦੰਗਿਆਂ ਨੂੰ ਜਦੋਂ ਉਸ ਦੀ ਗੱਲ ਹੁੰਦੀ ਸੀ, ਤਾਂ ਕਿਹਾ ਜਾਂਦਾ ਸੀ ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਕਮਲਨਾਥ, ਧਰਮਦਾਸ ਸ਼ਾਸਤਰੀ, ਅਰਨ ਨਹਿਰੂ ਔਰ ਅਰਜਨ ਦਾਸ, ਲਲਿਤ ਮਾਕਣ ਵਰਗੇ ਜਿਹੜੇ ਕਾਂਗਰਸੀ ਲੀਡਰ ਸਨ, ਜਿਨ੍ਹਾਂ ਨੇ ਉਸ ਵੇਲੇ ਕਤਲੇਆਮ ਦੀ ਅਗਵਾਈ ਕੀਤੀ, ਉਹ ਕਾਨੂੰਨ ਦੀ ਗ੍ਰਿਫਤ ਤੋਂ ਬਾਹਰ ਨੇ। ਤਾਂ ਉਸ ਵਕਤ ਇਹਨੂੰ ਦਿੱਲੀ ਦੰਗਿਆਂ ਦਾ ਨਾਂ ਦਿੱਤਾ ਜਾਂਦਾ ਸੀ, ਪਰ ਇਹ ਪੂਰੇ ਦੇਸ਼, ਭਾਰਤ ਦੇ ਅੰਦਰ 18 ਰਾਜਾਂ ਦੇ ਵਿੱਚ 110 ਵੱਡੇ ਸ਼ਹਿਰਾਂ ਦੇ ਵਿੱਚ ਇੱਕ ਬੜਾ ਜਿਹੜਾ ਘਿਨਾਉਣਾ ਅਪਰਾਧ ਕੀਤਾ ਗਿਆ ਸੀ ਉਸ ਵੇਲੇ ਦੀ ਹਕੂਮਤ, ਰਾਜੀਵ ਗਾਂਧੀ ਦੀ ਹਕੂਮਤ ਦੇ ਇਸ਼ਾਰੇ ਤੇ। ਤਾਂ ਉਹ ਇੱਕ ਚੈਲੰਜ ਸੀ ਸਾਡੇ ਸਾਹਮਣੇ, ਜਿਹੜਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪਲੇਟਫਾਰਮ ਤੋਂ ਅਸੀਂ ਅਰਦਾਸ ਕਰਕੇ ਗੁਰਦੁਆਰਾ ਰਕਾਬਗੰਜ ਸਾਹਿਬ 5 ਨਵੰਬਰ 2007 ਨੂੰ ਤੇ ਗੁਰੂ ਪਾਤਸ਼ਾਹ ਦੇ ਅੰਦਰ ਅਰਦਾਸ ਕੀਤੀ ਕਿ ਤੁਹਾਡੇ ਸਾਹਮਣੇ ਪਾਰਲੀਮੈਂਟ ਹੈ, ਸਾਹਮਣੇ ਰਾਜ ਸਭਾ ਦਾ ਜਿਹੜਾ ਸਾਰਾ ਸਿਸਟਮ ਹੈ, ਲੇਕਿਨ ਕਿਤੋਂ ਵੀ ਨਿਆਂ ਨਹੀਂ ਹੋ ਰਿਹਾ। ਦੂਜੇ ਪਾਸੇ ਰਾਸ਼ਟਰਪਤੀ ਭਵਨ ਹੈ, ਸਾਹਮਣੇ ਸੁਪਰੀਮ ਕੋਰਟ ਹੈ, ਲੇਕਿਨ ਕਿਤੋਂ ਵੀ ਇਨਸਾਫ ਨਹੀਂ ਮਿਲ ਰਿਹਾ। ਤੇ ਗੁਰੂ ਪਾਤਸ਼ਾਹ ਜੀ, ਤੁਸੀਂ ਧਰਮ ਦੀ ਖਾਤਰ ਕੁਰਬਾਨੀ ਦੇ ਕੇ ਇਸ ਫਲਵਾੜੀ ਨੂੰ ਸਿਰਜਿਆ, ਖਾਲਸਾ ਪੰਥ ਨੂੰ, ਤੇ ਖਾਲਸਾ ਪੰਥ ਦੇ ਨਾਲ ਜਿਹੜਾ ਜ਼ੁਲਮ ਹੋਇਆ, ਉਸ ਨੂੰ ਦੇਸ਼ ਦੁਨੀਆ ਨੂੰ ਦੱਸਣਾ ਸਾਡੇ ਲਈ ਬੜਾ ਜ਼ਰੂਰੀ ਹੈ, ਔਰ ਉਸ ਲਈ ਸਾਨੂੰ ਥਾਪੜਾ ਦਿਓ। ਤੇ ਅਸੀਂ ਇੱਕ ਲਗਾਤਾਰ ਮੁਹਿੰਮ ਵਿੱਢੀ, ਜਿਹੜੀ ਕਿ ਨਿਰੰਤਰ ਚੱਲਦੀ ਰਹੀ। ਤੇ 2008 ਦੇ ਵਿੱਚ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ, ਜਿਹੜੇ ਉਸ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ, ਉਹਨਾਂ ਦੇ ਕੋਲ ਗਏ। ਮਨੁੱਖੀ ਅਧਿਕਾਰ ਸੰਸਥਾਵਾਂ ਨਾਲ ਸਾਡਾ ਜੋ ਅਸੀਂ ਇੱਕ ਲਗਾਤਾਰ ਮਨੁੱਖਤਾ ਦਾ ਜਿਹੜਾ ਘਾਣ ਹੋਇਆ ਸੀ, ਉਸ ਨੂੰ ਲੈ ਕੇ ਇੱਕ ਜਿਹੜਾ ਸਾਰਾ ਮੈਮੋਰੰਡਮ ਜਿਹੜਾ ਜਥੇਦਾਰ
ਜੋਗਿੰਦਰ ਸਿੰਘ ਵਿਦਾਂਤੀ ਤੇ ਉਸ ਵੇਲੇ ਦੇ ਪੰਜ ਸਿੰਘ ਸਾਹਿਬਾਨ ਨੂੰ ਦਿੱਤਾ। ਉਹਨਾਂ ਨੇ ਪੜ੍ਹਿਆ ਔਰ ਉਹਨਾਂ ਨੇ ਸਾਡੇ ਨਾਲ ਵਿਚਾਰ ਕੀਤੀ। ਉਸ ਵੇਲੇ ਤੱਕ ਜਥੇਦਾਰ ਸਾਹਿਬ ਵੀ ਇਹਨੂੰ ਦੰਗੇ ਹੀ ਕਹਿੰਦੇ ਸਨ, ਲੇਕਿਨ ਅਸੀਂ ਉਹਨਾਂ ਨੂੰ ਹੂੰ, ਬੇਨਤੀ ਕੀਤੀ, ਦੰਗੇ ਜਿਹੜੇ ਆ ਉਹ ਦੋ ਫਿਰਕਿਆਂ ਵਿੱਚ ਹੁੰਦੇ ਨੇ, ਜਾਂ ਤਿੰਨ ਫਿਰਕਿਆਂ ਦੇ ਵਿੱਚ ਹੁੰਦੇ ਨੇ, ਜਾਂ ਚਾਰ ਫਿਰਕਿਆਂ 'ਚ ਹੁੰਦੇ ਆ ਕਿ ਉਹ ਆਪਸ ਵਿੱਚ ਲੜ ਪਏ। ਜਿਵੇਂ ਕਿ ਪਾਰਟੀਸ਼ਨ ਵੇਲੇ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਜੋ ਪਾਕਿਸਤਾਨ ਅਲੱਗ ਬਣਿਆ, ਤਾਂ ਹਿੰਦੁਸਤਾਨ ਦੇ ਜਿਹੜੇ ਵਸਿੰਦੇ ਸਨ, ਪਾਕਿਸਤਾਨ ਦੇ ਵਿੱਚੋਂ ਜਿਹੜੇ ਵਾਪਸ ਇੱਧਰ ਨੂੰ ਆ ਰਹੇ ਸਨ ਜਾਂ ਇੱਧਰੋਂ ਜਾ ਰਹੇ ਸਨ, ਤਾਂ ਉਸ ਵੇਲੇ ਜਿਹੜੀ ਕਤਲੋਗਾਰਦ ਹੋਈ ਸੀ ਉਹਨੂੰ ਦੰਗੇ ਕਿਹਾ ਜਾ ਸਕਦਾ, ਕਿ ਦੋਨਾਂ ਤਰਫਾਂ ਤੋਂ ਹਿੰਦੂ ਵੀ ਮਰੇ ਸਨ, ਸਿੱਖ ਵੀ ਮਰੇ ਸਨ, ਤੇ ਮੁਸਲਮਾਨ ਵੀ ਮਰੇ ਸਨ, ਤੇ ਹੋਰ ਵੀ ਬਹੁਤ ਸਾਰੇ ਲੋਕ। ਲੇਕਿਨ ਇਹ ਦੰਗੇ ਨਹੀਂ, ਇਹ ਤਾਂ ਇੱਕ ਯੋਜਨਾਬੱਧ ਢੰਗ ਦੇ ਨਾਲ ਸਿੱਖ ਨਸਲਕੁਸ਼ੀ, ਜਿਹਨੂੰ ਆਪਾਂ ਜੈਨੋਸਾਈਡ ਕਹਿ ਸਕਦੇ ਹਾਂ, ਜਿਹਨੂੰ ਆਪਾਂ ਭਿਆਨਕ ਕਤਲੇਆਮ, ਖੂਨੀ ਕਹਿਰ ਕਹਿ ਸਕਦੇ ਹਾਂ। ਸੋ ਉਸ ਲਈ ਇੱਕ ਜਦੋਜਹਿਦ ਕੀਤੀ ਔਰ ਅਸੀਂ ਲਗਾਤਾਰ ਡਾਟੇ ਇਕੱਠੇ ਕੀਤੇ ਔਰ ਹੌਂਦ ਚਿੱਲੜ ਜਿਹੜਾ ਪਿੰਡ ਸੀ, ਉਸ ਪਿੰਡ ਨੂੰ ਲੱਭਿਆ ਔਰ ਉਸ ਪਿੰਡ ਦੇ ਵਿੱਚ ਜਿਹੜਾ 32 ਸਿੱਖਾਂ ਨੂੰ ਜਿੰਦਾ ਜਲਾਇਆ ਗਿਆ ਸੀ। ਫਿਰ ਰਵਾੜੀ ਗਏ, ਫਿਰ ਗੜਗਾਉਂ ਗਏ ਔਰ ਜਿਹੜਾ ਉਸ ਵੇਲੇ ਹੇਲੀ ਮੰਡੀ ਸੀ ਉੱਥੇ ਗਏ, ਕੁਰਕਸ਼ੇਤਰ ਗਏ, ਪਾਣੀਪਤ ਗਏ ਔਰ ਇਸੇ ਤਰ੍ਹਾਂ ਰਿਆਸੀ ਜੰਮੂ ਦੇ ਵਿੱਚ ਗਏ, ਕਾਨਪੁਰ ਗਏ। ਫਿਰ ਇਸ ਤਰ੍ਹਾਂ ਜੋ ਆਪਣੇ ਰਾਂਚੀ ਦੇ ਵਿੱਚ, ਉੱਥੇ ਬੋਕਾਰੋ ਦੇ ਵਿੱਚ ਜਿਹੜਾ ਸਟੀਲ ਪਲਾਂਟ ਸੀ, ਜਿੱਥੇ ਉਸ ਦਿਨ ਜਿਹੜੇ ਸਿੱਖ ਅੰਦਰ ਗਏ ਸੀ 1 ਜੂਨ 1984 ਨੂੰ, ਆਪਣੇ 1 ਨਵੰਬਰ 1984 ਨੂੰ, ਤਾਂ ਉਹ ਉੱਥੋਂ ਬਾਹਰ ਨਹੀਂ ਆਏ, ਉਹ ਸਾਰੇ ਭੱਠੀਆਂ ਦੇ ਵਿੱਚ ਝੋਕ ਦਿੱਤੇ ਗਏ। ਤਾਂ ਇਹ ਜਿਹੜਾ ਇੱਕ ਭਿਆਨਕ ਖੂਨੀ ਸਾਕਾ ਸੀ, ਜਿਹਦਾ ਸਾਰਾ ਡਾਟਾ ਇਕੱਠਾ ਕਰਕੇ ਕੌਮ ਦੇ ਸਾਹਮਣੇ ਰੱਖਿਆ, ਡਾਕੂਮੈਂਟੇਸ਼ਨ ਕੀਤੀ ਔਰ ਉਸ ਨੂੰ ਸੰਯੁਕਤ ਰਾਸ਼ਟਰ ਤੱਕ ਲੈ ਕੇ ਗਏ। ਔਰ ਇੱਥੇ ਵੀ ਮੈਨੂੰ ਆਉਣ ਦਾ ਮੌਕਾ ਮਿਲਿਆ, ਇੰਗਲੈਂਡ ਦੇ ਵਿੱਚ 2 ਵਾਰ। ਇੱਥੇ ਵੀ ਜਿਹੜੀ ਆਪਣੀ ਇੱਥੋਂ ਦੀ ਪਾਰਲੀਮੈਂਟ, ਇੱਥੇ ਜਿਹੜੇ ਆਪਣੇ ਸਿੱਖ ਨੁਮਾਇੰਦੇ ਸਨ, ਸਰਦਾਰ ਆਪਣੇ ਭਾਈ ਰਣਜੀਤ ਸਿੰਘ ਸਰਾਏ ਤੇ ਸਰਦਾਰ ਅਮਰੀਕ ਸਿੰਘ ਤੇ ਹੋਰ ਪੁਰੇਵਾਲ ਸਾਹਿਬ, ਇਹਨਾਂ ਸਾਰੇ ਵੀਰਾਂ ਨੇ, ਗਿੱਲ ਸਾਹਿਬ, ਇਹਨਾਂ ਸਾਰਿਆਂ ਨੂੰ ਮੈਂ ਮਿਲਿਆ ਔਰ ਇੱਥੇ ਵੀ ਉਹ ਆਵਾਜ਼ ਬੁਲੰਦ ਕੀਤੀ। ਇੱਥੇ ਜਿਹੜੀ ਸਿੱਖ ਕੌਂਸਲ ਸਨ ਉਹਨਾਂ ਨੂੰ ਮਿਲੇ, ਕੁਝ ਬੀਬੀਆਂ ਸਨ, ਬੀਬੀ ਬਲਵਿੰਦਰ ਕੌਰ ਜੀ, ਉਹਨਾਂ ਨੇ ਜਿਹੜੇ ਡਾਟੇ ਇਕੱਠੇ ਕੀਤੇ ਸਨ, ਸਾਰੇ ਵੀਰਾਂ ਨੂੰ ਇੱਥੇ ਬਹੁਤ ਸਾਰਿਆਂ ਨੂੰ ਮਿਲ ਕੇ, ਤੇ ਇਸ ਜਿਹੜੀ ਆਵਾਜ਼, ਚੌਹਾਨ ਸਾਹਿਬ ਸਨ, ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਆਗੂ, ਇਹ ਬਹੁਤ ਸਾਰੇ ਆਗੂਆਂ ਨੂੰ ਇੱਥੇ ਅਸੀਂ ਮਿਲ ਕੇ ਉਹਨਾਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ। ਫਿਰ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਵੀ ਅਲੱਗ-ਅਲੱਗ ਥਾਵਾਂ ਦੇ ਵਿੱਚ ਜਾ ਕੇ ਜਿਹੜੀ ਜੈਨੋਸਾਈਡ ਜਿਹੜਾ ਸੀ, ਉਸ ਦੀ ਆਵਾਜ਼ ਉੱਥੋਂ ਦੀ ਪਾਰਲੀਮੈਂਟ ਤੱਕ ਅਸੀਂ ਲੈ ਕੇ ਗਏ। ਤੇ ਮੈਂ ਸਮਝਣਾ ਕਿ ਦਾਸ ਕੋਲ ਇੱਕ ਭਾਵੇਂ ਕੁਛ ਜੀ ਸੇਵਾ ਉਹ ਲਈ ਗਈ ਔਰ ਇਸ ਦੇ ਵਿੱਚ ਸਰਦਾਰ ਸਿੰਦਰਪਾਲ ਸਿੰਘ, ਜਿਹੜੀ ਸਭ ਤੋਂ ਵੱਡੀ ਗੱਲ ਹੋਈ ਕਿ ਜਦੋਂ 29 ਅਪ੍ਰੈਲ 2013 ਨੂੰ ਫੈਸਲੇ ਦੀ ਘੜੀ ਆਈ, ਇਹ ਸੱਜਣ ਕੁਮਾਰ ਦਾ ਕੇਸ ਜਿਹੜਾ ਜਸਟਿਸ AR ਆਰੀਅਨ, JR ਆਰੀਅਨ ਸਨ, ਉਹਨਾਂ ਦੀ ਅਦਾਲਤ ਵਿੱਚ ਚੱਲ ਰਿਹਾ ਸੀ, ਤਾਂ ਅਦਾਲਤ ਦੇ ਵਿੱਚ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ। ਮੇਰੇ ਕੋਲ ਆਪਣੇ ਜਜ਼ਬਾਤਾਂ ਤੇ ਕੰਟਰੋਲ ਨਹੀਂ ਕੀਤਾ ਗਿਆ, ਮੈਂ ਆਪਣੀ ਜੁੱਤੀ ਲਾ ਕੇ ਚੈਂਬਰ ਦੇ ਵਿੱਚ ਸੁੱਟੀ ਔਰ ਉਹ ਮੈਂ ਨਾਲ ਕਹਿ ਵੀ ਦਿੱਤਾ ਗੱਲ ਕਿ ਮੈਂ ਕਿਸੇ ਜੱਜ ਦੇ ਜੁੱਤੀ ਨਹੀਂ ਮਾਰੀ, ਮੈਂ ਸਿਸਟਮ ਦੇ ਜੁੱਤੀ ਮਾਰੀ ਏ। ਔਰ ਉਸ ਦੇ ਵਿੱਚ ਮੈਨੂੰ ਫੜ ਕੇ ਤਿਹਾੜ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ। ਅੱਜ ਤੱਕ ਉਹ ਮੇਰੇ ਤੇ ਕੇਸ ਚੱਲ ਰਿਹਾ, ਪਰ ਮੈਨੂੰ ਇਸ ਗੱਲ ਦੀ ਤਸੱਲੀ ਏ ਕਿ ਉਸ ਜੱਜ ਦਾ ਕੀਤਾ ਹੋਇਆ ਫੈਸਲਾ ਸੁਪਰੀਮ ਕੋਰਟ, ਹਾਈ ਕੋਰਟ ਨੇ, ਦਿੱਲੀ ਨੇ ਤੇ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ। ਤੇ ਅੱਜ ਉਹ ਸੱਜਣ ਕੁਮਾਰ, ਜਿਹੜਾ ਉਸ ਵਕਤ ਜੱਜ ਸਾਹਿਬ ਨੇ ਬਰੀ ਕਰ ਦਿੱਤਾ ਸੀ, ਅੱਜ ਜੇਲ੍ਹ ਦੀਆਂ ਸਲਾਖਾਂ ਪਿੱਛੇ ਆ। ਬਲਵਾਨ ਖੋਖਰ ਦੀ ਮੌਤ ਹੋ ਚੁੱਕੀ ਜੇਲ੍ਹ ਦੇ ਵਿੱਚ, ਤੇ ਹੋਰ ਬਹੁਤ ਸਾਰੇ ਜਿਹੜੇ ਆ ਅਪਰਾਧੀ ਨੇ, ਉਹ ਅੱਜ ਵੀ ਕਾਨੂੰਨ ਦੀ ਗ੍ਰਿਫਤ ਦੇ ਵਿੱਚ ਨੇ, ਤੇ ਬਹੁਤ ਸਾਰਿਆਂ ਦੇ ਵਿਰੁੱਧ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ। ਬਹੁਤ ਬਹੁਤ ਧੰਨਵਾਦ ਇਹ ਸਾਰੀ ਜਾਣਕਾਰੀ ਦੇਣ ਵਾਸਤੇ। ਆਪਾਂ ਹੁਣ ਆਉਂਦੇ ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਨਵਾਂ ਮੋੜ ਆਇਆ, ਕਿ ਹੁਣ ਜੋ ਤੁਸੀਂ 2019 ਜਨਵਰੀ ਦੇ ਵਿੱਚ ਤੁਸੀਂ ਅਸਤੀਫਾ ਦੇ ਕੇ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਨਵਾਂ ਮੋੜ ਆਇਆ, ਤੇ ਉਹ ਮੋੜ ਕਿਹੋ ਜਿਹਾ ਹੈ, ਤੇ ਤੁਹਾਨੂੰ ਇਸ ਵੇਲੇ ਕੀ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ? ਤੁਹਾਡਾ ਫੈਸਲਾ ਉਹ ਸਹੀ ਸੀ, ਜਾਂ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ? ਸਰਦਾਰ ਸਾਹਿਬ, ਜੀ ਗੱਲ ਇਹ ਆ ਕਿ ਦੇਖੋ, ਸ਼੍ਰੋਮਣੀ ਅਕਾਲੀ ਦਲ ਇੱਕ ਬੜੀ ਵੱਡੀ ਮਹਾਨ ਸੰਸਥਾ ਹੈ। ਪੰਜਾਬ ਦੀ ਜੀ ਧਰਤੀ ਤੇ ਬਹੁਤ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰਾਂ ਬਣਾਈਆਂ, ਬਹੁਤ ਸਾਰੇ ਗੁਰੂ ਕੇ ਬਾਗ ਵਰਗੇ, ਜੈਤੋ ਵਰਗੇ ਮੋਰਚੇ ਲੜੇ ਔਰ ਇਸੇ ਜੀ ਤਰ੍ਹਾਂ ਉਹਨਾਂ ਮੋਰਚਿਆਂ 'ਚ ਜਿੱਤ ਵੀ ਪ੍ਰਾਪਤ ਕੀਤੀ। ਅਨੰਦਪੁਰ ਸਾਹਿਬ ਦੇ ਮਤੇ ਦੇ ਉੱਤੇ ਬੜਾ ਸੰਘਰਸ਼ ਹੋਇਆ,
ਔਰ ਸੰਤ ਜੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਉਸ ਵੇਲੇ ਦੇ ਜਿਹੜੇ ਮੋਰਚਾ ਡਿਕਟੇਟਰ ਬਣਾਏ ਗਏ ਸਨ, ਸੰਤ ਚੰਦ ਸਿੰਘ ਲੌਂਗੋਵਾਲ, ਇਹ ਇਕੱਠੇ ਲੜਾਈ ਲੜਦੇ ਰਹੇ। ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਰਾਜੀਵ ਲੌਂਗੋਵਾਲ ਸਮਝੌਤੇ ਦੇ ਕਾਰਨ ਜਿਹੜਾ ਪੰਜਾਬ ਨੂੰ ਕੁਝ ਮਿਲਿਆ ਨਹੀਂ, ਸਿੱਖ ਕੌਮ ਨੂੰ ਕੁਝ ਮਿਲਿਆ ਨਹੀਂ, ਲੇਕਿਨ ਸੰਤ ਉਸੇ ਸੰਤ ਨੂੰ ਜਿਹਨੂੰ ਅਸੀਂ ਡਿਕਟੇਟਰ ਮੰਨਦੇ ਸਾਂ, ਕੌਮ ਦੀ ਅਗਵਾਈ ਦਾ ਆਗੂ ਮੰਗਦੇ ਸਾਂ, ਬਾਅਦ ਦੇ ਵਿੱਚ ਉਸ ਨੂੰ ਗਦਾਰ ਦਾ ਖਿਤਾਬ ਵੀ ਦੇਣਾ ਪਿਆ। ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਅਸੀਂ ਜਿਹੜਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਸੇਵਾ ਕੀਤੀ, ਇੱਕ ਜ਼ਿੰਦਗੀ ਦਾ ਤਕਾਜ਼ਾ ਹੁੰਦਾ ਹੈ। ਬਹੁਤ ਸਾਰੇ ਵੀਰ ਇਹ ਗੱਲ ਦੋਸ਼ ਵੀ ਲਾਉਂਦੇ ਸਨ, ਬਹੁਤ ਸਾਰੇ ਕਹਿੰਦੇ ਸਨ ਕਿ ਤੁਸੀਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਕਬਜ਼ਾ ਕੀਤਾ ਹੋਇਆ ਹੈ, ਤੁਸੀਂ ਨੌਜਵਾਨਾਂ ਨੂੰ ਅਗਵਾਈ ਸੌਂਪੋ। ਸੋ ਮੇਰੇ ਵੀ ਮਨ ਦੇ ਵਿੱਚ ਇਹ ਖਾਸ ਸੀ ਕਿ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਅੱਗੇ ਆਵੇ। ਤਾਂ ਫਿਰ ਮੈਂ ਫੈਸਲਾ ਕੀਤਾ 2018 ਦੇ ਵਿੱਚ, ਜਿਹੜੀ ਸਿੱਖ ਕੌਮ ਦੇ ਬੜੇ ਇੱਕ ਚੜ੍ਹਦੀ ਕਲਾ ਵਾਲੇ ਯੋਧੇ ਨੇ, ਸਰਬੱਤ ਖਾਲਸਾ ਵੱਲੋਂ ਜਿਹੜੇ ਜਥੇਦਾਰ ਵੀ ਨਿਯੁਕਤ ਕੀਤੇ ਗਏ ਨੇ, ਭਾਈ ਜਗਤਾਰ ਸਿੰਘ ਜੀ ਹਵਾਰਾ, ਉਹਨਾਂ ਨੂੰ ਮੈਂ ਤਿਹਾੜ ਜੇਲ੍ਹ ਵਿੱਚ ਮਿਲਿਆ। ਉਹਨਾਂ ਨੂੰ ਆਪਣੀ ਮੈਂ ਖਾਸ ਦੱਸੀ, ਬੇਨਤੀ ਕੀਤੀ ਕਿ ਮੈਂ ਅਸਤੀਫਾ ਦੇਣਾ ਚਾਹੁੰਦਾ, ਤੁਸੀਂ ਕਿਸੇ ਵੀ ਨੌਜਵਾਨ ਨੂੰ ਅਗਵਾਈ ਲਈ ਅੱਗੇ ਲਗਾ ਦਿਓ, ਲੇਕਿਨ ਮੈਂ ਸੇਵਾਵਾਂ ਜਿਹੜੀਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੇਣਾ ਚਾਹੁੰਦਾ। ਤਾਂ ਉਹਨਾਂ ਨੇ ਉਸ ਵਕਤ ਪੁੱਛਿਆ ਕਿ ਕਿਹੜੇ ਅਕਾਲੀ ਦਲ 'ਚ? ਇੱਕ ਅਕਾਲੀ ਦਲ ਤਾਂ ਉਹ ਹੈ ਬਾਦਲ ਅਕਾਲੀ ਦਲ, ਜਿਸ ਦੇ ਉੱਪਰ ਬੜੇ ਦੋਸ਼ ਲੱਗ ਰਹੇ ਨੇ। ਮੈਂ ਕਿਹਾ ਜੀ ਉਹ ਤਾਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਜਾ ਸਕਦਾ। ਲੇਕਿਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਣਾਇਆ ਗਿਆ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ, ਉਸ ਦੇ ਵਿੱਚੋਂ ਜਿਹੜੇ ਆਗੂ ਬਾਹਰ ਆਏ ਨੇ, ਭਾਵੇਂ ਕਿ ਉਹ ਕਹਿੰਦੇ ਸੀ ਕਿ ਅਸੀਂ ਬਾਦਲ ਅਕਾਲੀ ਦਲ ਦੀ ਕੋਰ ਕਮੇਟੀ ਦੇ ਵਿੱਚ ਵੀ ਅਸੀਂ ਕਹਿੰਦੇ ਰਹੇ ਹਾਂ ਕਿ ਜੋ ਮੰਗਾਂ ਅਸੀਂ ਅੱਜ ਰੱਖੀਆਂ ਨੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ, ਜੋ ਸਾਡੇ ਵਿਚਾਰ ਨੇ ਕਿ ਇਹ ਜਿਹੜੀ ਸੰਸਥਾ ਨੂੰ ਬਾਦਲ ਪਰਿਵਾਰ ਨੇ ਬੜਾ ਨੁਕਸਾਨ ਪਹੁੰਚਾਇਆ ਆਪਣੀ ਨਿੱਜ ਦੀ ਖਾਤਰ, ਕਿ ਅਸੀਂ ਹੁਣ ਉਹਦੇ ਚੋਂ ਬਾਹਰ ਆਏ ਹਾਂ, ਅਸੀਂ ਪੰਜਾਬ ਲਈ, ਪੰਥ ਲਈ ਕੁਝ ਕਰਨਾ ਚਾਹੁੰਦੇ ਹਾਂ, ਤੇ ਮੇਰਾ ਫਰਜ਼ ਬਣਦਾ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਬੰਦੇ ਬਾਹਰ ਆਏ ਨੇ ਉਹਨਾਂ ਦਾ ਸਹਿਯੋਗ ਤੇ ਸਾਥ ਦਈਏ। ਸੋ ਉਸ ਵਕਤ ਜਥੇਦਾਰ ਰਣਜੀਤ ਸਿੰਘ ਬਰਾਮਪੁਰਾ, ਜਿਹੜੇ ਪੁਰਾਣੇ ਅਕਾਲੀ ਆਗੂ ਨੇ, ਜਥੇਦਾਰ ਸੇਵਾ ਸਿੰਘ ਸੇਖਵਾਂ, ਇਹਨਾਂ ਦੇ ਨਾਲ ਸੰਪਰਕ ਕੀਤਾ, ਡਾਕਟਰ ਰਤਨ ਸਿੰਘ ਜਨਾਲਾ ਨਾਲ, ਤੇ ਇਹਨਾਂ ਨਾਲ ਵੀ ਜਦੋਂ ਮੈਂ ਜੁਆਇਨਿੰਗ ਕਰਨੀ ਸੀ, ਮੈਂ ਪਹਿਲਾਂ ਉਹਨਾਂ ਨੂੰ ਬੇਨਤੀ ਕੀਤੀ ਕਿ ਇਹ ਜਿਹੜਾ ਆਪਣਾ ਕਾਰਜ ਏ, ਇਸ ਦੇ ਵਿੱਚ ਕੋਈ ਚੌਧਰ ਲੈਣ ਵਾਸਤੇ ਨਹੀਂ, ਇਸ ਦੇ ਵਿੱਚ ਮੈਂ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪੁਰਾਣੀ ਬਣਤਰ ਏ ਉਹਨੂੰ ਕਿਵੇਂ ਆਪਾਂ ਬਹਾਲ ਕਰੀਏ। ਉਸ ਲਈ ਮੈਂ ਤੁੱਛ ਜਿਹਾ ਜਿੰਨਾ ਵੀ ਯੋਗਦਾਨ ਪਾ ਸਕਾਂ ਪਾਉਣ ਲਈ ਤਿਆਰ ਹਾਂ, ਤੇ ਤੁਸੀਂ ਇਸ ਦੇ ਵਿੱਚ ਜਿਹੜਾ ਜੋ ਉੱਥੇ ਵੀ ਸੇਵਾਵਾਂ ਮੇਰੀਆਂ ਲੈਣੀਆਂ ਚਾਹੋ ਤੇ ਮੈਂ ਦੇਣ ਲਈ ਤਿਆਰ ਹਾਂ। ਸੋ ਮੈਂ 14 ਜਨਵਰੀ 2019 ਨੂੰ ਇਸ ਜਥੇਬੰਦੀ ਨੂੰ ਜੁਆਇਨ ਕਰ ਲਿਆ, ਤੇ ਉਸ ਦੇ ਵਿੱਚ ਹੁਣ ਉਤਰਾਅ ਚੜ੍ਹਾਅ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਉਸ ਤੋਂ ਬਾਅਦ ਸਰਦਾਰ ਸੁਖਦੇਵ ਸਿੰਘ ਢੀਂਡਸਾ ਵੀ ਅਕਾਲੀ ਦਲ ਦੇ ਵਿੱਚੋਂ ਬਾਹਰ ਆ ਗਏ, ਤੇ ਬਹੁਤ ਸਾਰੇ ਪੰਜਾਬ ਦੇ ਹੇਤੂ ਲੋਕ ਨੇ, ਜਿਨ੍ਹਾਂ ਦੇ ਵਿੱਚ ਸਰਦਾਰ ਸੁਖਪਾਲ ਸਿੰਘ ਖਹਿਰਾ ਨੇ, ਧਰਮਵੀਰ ਗਾਂਧੀ ਨੇ, ਆਮ ਆਦਮੀ ਪਾਰਟੀ ਦੇ ਕੁਝ ਲੋਕ ਚੰਗੇ ਨੇ, ਔਰ ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਹੈ। ਤੇ ਇਹਨਾਂ ਸਾਰੇ ਆਗੂਆਂ ਦੇ ਨਾਲ ਤਾਲਮੇਲ ਕਰਕੇ ਅਸੀਂ ਚਾਹ ਰਹੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਤੀਜਾ ਬਦਲ ਜਿਹੜਾ ਉਹ ਸਾਫ਼ ਸੁਥਰੇ ਤਰੀਕੇ ਦੇ ਨਾਲ ਅੱਗੇ ਆਵੇ, ਔਰ ਉਸ ਲਈ ਅਸੀਂ ਮੌਜੂਦਾ ਸਮੇਂ ਵਿੱਚ ਜਦੋਜਹਿਦ ਕਰ ਰਹੇ ਹਾਂ। ਜਿਹੜੇ ਤੁਸੀਂ ਤੀਜੇ ਬਦਲ ਦੀ ਗੱਲ ਕੀਤੀ ਆ ਕਿਰਨਾਲ ਸਿੰਘ ਜੀ, ਦਾ ਤੀਜਾ ਬਦਲ ਅਸੀਂ ਜਿਹੜੇ ਪ੍ਰਵਾਸੀ ਪੰਜਾਬੀ ਬੈਠੇ ਇੱਥੇ ਸੋਚ ਰਹੇ ਆ ਵਿਦੇਸ਼ਾਂ ਦੇ ਵਿੱਚ, ਸਿੱਖ ਵੀਰ ਵੀ ਕਾਫੀ ਸਹਿਮਤ ਹੋਣਗੇ ਕਿ ਤੀਜਾ ਬਦਲ ਬਣ ਚੁੱਕਾ ਸੀ ਪੰਜਾਬ ਦੇ ਵਿੱਚ, ਆਮ ਆਦਮੀ ਪਾਰਟੀ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ, ਉਸ ਵਾਸਤੇ ਮੇਰੇ ਵਿਚਾਰ ਨੇ ਕਿ ਆਮ ਆਦਮੀ ਪਾਰਟੀ ਜਦੋਂ ਬਣੀ ਸੀ, ਸਭ ਤੋਂ ਪਹਿਲਾਂ ਮੈਂ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਵਿੱਚ ਮਿਲਿਆ ਸੀ, ਕਿਉਂਕਿ ਉਹ ਸਾਡੇ ਧਰਨੇ ਮੁਜ਼ਾਹਰਿਆਂ ਦੇ ਵਿੱਚ ਉਹ ਉੱਥੇ ਆਉਂਦੇ ਸਨ। ਜਦੋਂ ਅਸੀਂ ਜੰਤਰ ਮੰਤਰ ਤੇ ਬੈਠੇ ਸਾਂ, ਅਰਵਿੰਦ ਕੇਜਰੀਵਾਲ ਆਉਂਦੇ ਸਨ, ਮਨੀਸ਼ ਸਿਸੋਦੀਆ ਆਉਂਦੇ ਸਨ, ਔਰ ਜਿਹੜੇ ਵੀ ਉਹਨਾਂ ਦੇ ਸਾਥੀ ਕੁਮਾਰ ਵਿਸ਼ਵਾਸ ਵਰਗੇ ਜਿਹੜੇ ਉਦੋਂ ਉਹਨਾਂ ਦੇ ਨਾਲ ਹੁੰਦੇ ਸਨ, ਜੋਗਿੰਦਰ ਯਾਦਵ ਵਰਗੇ, ਉਹ ਪ੍ਰਸ਼ਾਂਤ ਭੂਸ਼ਣ ਵਰਗੇ, ਉਹ ਸਾਰੇ ਆਉਂਦੇ ਸੀ। ਤੇ ਉਹਨਾਂ ਦੇ ਨਾਲ ਫਿਰ ਉਹਨਾਂ ਦੇ ਘਰ ਜਾ ਕੇ ਮੀਟਿੰਗ ਕੀਤੀ, ਗੱਲਬਾਤ ਕੀਤੀ, ਤਾਂ ਮੈਨੂੰ ਇਹ ਲੱਗਾ ਕਿ ਉਹ ਪੰਜਾਬ ਪ੍ਰਤੀ ਜਾਂ ਤਾਂ ਬਹੁਤੀ ਜਾਣਕਾਰੀ ਨਹੀਂ ਰੱਖਦੇ, ਜਾਂ ਉਹ ਚਾਹੁੰਦੇ ਹੀ ਨਹੀਂ। ਉਹ ਸਿਰਫ ਉਹਨਾਂ ਦਾ ਇੱਕੋ ਨਿਸ਼ਾਨਾ ਸੀ ਕਿ ਪਹਿਲਾਂ ਰਾਜ ਪ੍ਰਾਪਤ ਕੀਤਾ ਜਾਵੇ, ਉਸ ਤੋਂ ਬਾਅਦ ਫਿਰ ਨਿਸ਼ਾਨੇ ਵੀ ਵੇਖੇ ਜਾਣਗੇ। ਸੋ ਇੱਥੇ ਸਾਡੇ ਆਪਸ ਵਿੱਚ ਕੋਈ ਬਹੁਤੇ ਵਿਚਾਰ ਨਹੀਂ ਮਿਲੇ। ਮੇਰੇ ਸਾਥੀ ਜਿਹੜੇ ਸਨ, HS ਫੂਲਕਾ ਐਡਵੋਕੇਟ, ਉਹਨਾਂ ਨੇ ਜੁਆਇਨ ਕਰ ਲਈ ਆਮ ਆਦਮੀ ਪਾਰਟੀ, ਪਰ ਮੈਂ ਕਲੀਅਰ ਕੱਟ ਮੀਡੀਆ ਦੇ ਵਿੱਚ ਇਹ ਗੱਲ ਕਹਿਤਾ ਕਿ ਪੰਜਾਬ ਦੇ ਵਿੱਚ ਪੰਜਾਬੀ ਹੀ ਪੰਜਾਬ ਦੀ ਨਬਜ਼ ਨੂੰ ਸਮਝ ਸਕਦਾ ਹੈ।
ਸੋ ਪੰਜਾਬ ਦੇ ਲੋਕਾਂ ਦੇ ਵਿੱਚੋਂ ਕੁਝ ਲੋਕ ਉੱਠਣ ਜਿਹੜੇ ਪੰਜਾਬ ਦੀ ਕਾਇਆ ਕਲਪ ਲਈ ਅੱਗੇ ਆਉਣ। ਸੋ ਉਦੋਂ ਨਹੀਂ ਬਣਿਆ ਮੌਕਾ ਕਿ ਇਸ ਤਰ੍ਹਾਂ ਦਾ ਕੋਈ ਫਰੰਟ ਤਿਆਰ ਕਰ ਸਕੀਏ, ਪਰ ਹੁਣ ਸਾਡੀ ਦਿਲੀ ਇੱਛਾ ਦੇ ਅਨੁਸਾਰ ਅਸੀਂ ਜਿਹੜੀ ਰਾਤ ਦਿਨ ਮਿਹਨਤ ਕਰ ਰਹੇ ਹਾਂ ਕਿ ਸਾਰੇ ਲੀਡਰਾਂ ਨੂੰ, ਕਿ ਹਉਮੈ ਹੰਕਾਰ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਕੁਰਸੀਆਂ, ਅਸੀਂ ਅਹੁਦੇ ਹੰਢਾ ਲਏ, ਤੇ ਅੱਜ ਜੇਕਰ ਤੁਸੀਂ ਅਕਾਲੀ ਦਲ ਦੇ ਵਿੱਚੋਂ ਬਾਹਰ ਆਏ ਹੋ, ਤਾਂ ਤੁਸੀਂ ਕੋਈ ਆਮ ਆਦਮੀ ਪਾਰਟੀ ਚੋਂ ਬਾਹਰ ਆਇਆ, ਕੋਈ ਕਿਤੋਂ ਬਾਹਰ ਆਇਆ, ਤੁਸੀਂ ਸਾਰੇ ਇਕੱਠੇ ਹੋ ਕੇ ਪੰਜਾਬ ਦੇ ਵਿੱਚ ਜਿਹੜਾ ਐਡਾ ਵੱਡਾ ਜ਼ੁਲਮ ਹੋ ਰਿਹਾ, ਇੱਕ ਤਰ੍ਹਾਂ ਦੀ ਜਵਾਨੀ ਤੇ ਕਿਸਾਨੀ ਦੀ ਨਸਲਕੁਸ਼ੀ ਹੋ ਰਹੀ ਹੈ, ਔਰ ਪੰਜਾਬ ਜਿਹੜਾ ਗੁਰੂਆਂ ਦੀ ਪਵਿੱਤਰ ਧਰਤੀ ਬਰਬਾਦ ਹੋ ਰਿਹਾ, ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਜਿਹੜੇ ਆ ਅਗਨ ਭੇਟ ਕੀਤੇ ਗਏ, ਚੋਰੀ ਕੀਤੇ ਗਏ ਔਰ ਬੇਅਦਬੀ ਕੀਤੀ ਗਈ। ਅੱਜ ਜਦੋਂ ਹੁਣ ਮੈਂ ਤੁਹਾਡੇ ਨਾਲ ਇੰਟਰਵਿਊ ਕਰ ਰਿਹਾ, ਤੇ ਅਸੀਂ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ 3 ਜ਼ੋਨ ਬਣਾ ਕੇ ਮਾਝਾ, ਮਾਲਵਾ ਤੇ ਦੁਆਬਾ, ਅਸੀਂ ਅੱਜ ਤਕਰੀਬਨ 13 ਜ਼ਿਲ੍ਹਿਆਂ ਦੇ ਵਿੱਚ ਅਸੀਂ ਅੱਜ ਮੈਮੋਰੰਡਮ ਦਿੱਤੇ ਡਿਪਟੀ ਕਮਿਸ਼ਨਰ ਦੇ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ। ਭਾਵੇਂ ਕਿ ਆਸ ਕੋਈ ਨਹੀਂ, ਪਰ ਅਸੀਂ ਆਪਣੀ ਗੱਲ ਸਾਹਮਣੇ ਰੱਖਣ ਵਾਸਤੇ, ਕਿਉਂਕਿ ਜਦੋਂ ਬਰਗਾੜੀ ਬਾਈਬਲ ਕਾਂਡ ਹੋਇਆ ਸੀ, ਵਾਰਾ ਜਵਾਹਰ ਸਿੰਘ ਵਾਲਾ ਤੋਂ ਸਰੂਪ ਚੁੱਕੇ ਗਏ ਸਨ, ਚੋਰੀ ਕੀਤੇ ਗਏ ਸਨ, ਤਾਂ ਕੈਪਟਨ ਅਮਰਿੰਦਰ ਸਿੰਘ ਬਾਂਹ ਖੜੀ ਕਰਕੇ ਕਹਿੰਦੇ ਸਨ ਕਿ ਜੇ ਮੇਰਾ ਰਾਜ ਹੁੰਦਾ ਤੇ ਇਸ ਤਰ੍ਹਾਂ ਦੀ ਘਟਨਾ ਨਹੀਂ ਸੀ ਵਾਪਰ ਸਕਦੀ, ਮੈਂ ਪੰਜਾਬ ਚੋਂ ਨਸ਼ੇ ਖਤਮ ਕਰ ਸਕਦਾ। ਹੁਣ ਜਦੋਂ ਉਹਨਾਂ ਦੇ ਕੋਲ ਰਾਜ ਏ, 3.5 ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ, ਇਸ ਸਮੇਂ ਦੇ ਦਰਮਿਆਨ ਹੀ ਕਲਿਆਣ ਪਿੰਡ ਪਟਿਆਲਾ ਜ਼ਿਲ੍ਹੇ ਦੇ ਵਿੱਚ, ਔਰ ਉੱਥੇ ਅਰਦਾਸ ਸਾਹਿਬ ਗੁਰਦੁਆਰੇ ਤੋਂ ਇੱਕ ਪੁਰਾਤਨ ਸਫਰੀ ਸਰੂਪ ਇਹ ਜਿਹੜਾ ਬਿਲਕੁਲ ਛੋਟੇ ਆਕਾਰ ਦਾ ਹੱਥ ਲਿਖਤ ਬੀੜ ਏ, ਜਿਹੜੇ ਕਿ ਜੰਗਾਂ ਯੁੱਧਾਂ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਪਿਆਰੇ ਗੁਰਸਿੱਖ ਆਪਣੇ ਨਾਲ ਰੱਖਦੇ ਸਨ, ਜਿੱਥੇ ਵੀ ਜੰਗਲ 'ਚ ਬੈਠੇ ਉੱਥੇ ਕੀਰਤਨ ਕਰਨਾ, ਬਾਣੀ ਪੜ੍ਹਨੀ, ਜਦੋਂ ਵੀ ਵਕਤ ਮਿਲਣਾ, ਤਾਂ ਉਹ ਜਿਹੜਾ ਸਰੂਪ ਹੈ ਉਹ ਚੋਰੀ ਹੋ ਗਿਆ। ਸੋ ਇਹ ਉਸੇ ਤਰ੍ਹਾਂ ਦੀ ਘਟਨਾ ਜਿਹੜੀ 1 ਜੂਨ 2015 ਨੂੰ ਵਾੜਾ ਜਵਾਹਰ ਸਿੰਘ ਵਾਲਾ 'ਚ ਵਾਪਰੀ ਸੀ, ਤੇ ਦੋਸ਼ੀਆਂ ਨੇ ਉਸ ਤੋਂ ਬਾਅਦ ਵਾਰਨਿੰਗ ਦਿੱਤੀ ਕਿ ਅਸੀਂ ਤੁਹਾਡੇ ਗੁਰੂ ਸਾਹਿਬਾਨ ਦੇ ਅੰਗ ਵੀ ਪਾੜਾਂਗੇ, ਬੇਅਦਬੀ ਵੀ ਕਰਾਂਗੇ, ਔਰ ਉਹਨਾਂ ਨੇ ਬਕਾਇਦਾ ਨੋਟਿਸ ਲਾਇਆ ਬਰਗਾੜੀ, ਤੇ ਉੱਥੇ ਬਾਅਦ ਦੇ ਵਿੱਚ ਬੇਅਦਬੀ ਵੀ ਕੀਤੀ, ਡੇਰਾ ਸਿਰਸਾ ਦਾ ਨਾਮ ਵੀ ਲੱਗਾ, ਲੇਕਿਨ ਉਸ ਵਕਤ ਉਹਨੂੰ ਮਾਫੀ ਦਿੱਤੀ ਗਈ, ਤੇ ਅੱਜ ਉਹ ਬਾਦਲ ਪਰਿਵਾਰ ਜਿਹੜਾ ਹਾਸ਼ੀਆ ਤੇ ਚਲਾ ਗਿਆ। ਤਾਂ ਅਜਿਹੇ ਹਾਲਾਤਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਸਰਕਾਰ ਦੇ ਉੱਤੇ ਦਬਾਅ ਬਣਾ ਕੇ ਉਹ ਜਿਹੜਾ ਪੁਰਾਤਨ ਸਰੂਪ ਹੈ ਉਹਨਾਂ ਨੂੰ ਅਸੀਂ ਲੱਭ ਸਕੀਏ, ਔਰ ਸੰਗਤਾਂ ਬਹੁਤ ਇਸ ਗੱਲ ਦੇ ਉੱਤੇ ਗੁੱਸੇ ਦੇ ਵਿੱਚ ਨੇ। ਦੇਸ਼ ਦੁਨੀਆ ਦੇ ਅੰਦਰ ਇਹ ਮਸਲਾ ਜਾ ਰਿਹਾ, ਔਰ ਹਰ ਜਗ੍ਹਾ ਦੇ ਉੱਤੇ ਸਿੱਖ ਭਾਵਨਾਵਾਂ ਜਿਹੜੀਆਂ ਉਹ ਭੜਕ ਰਹੀਆਂ ਨੇ। ਤਾਂ ਅਜਿਹੇ ਹਾਲਾਤਾਂ ਦੇ ਵਿੱਚ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਤੀਜੇ ਬਦਲ ਦੀ ਮੈਂ ਤੁਹਾਡੇ ਨਾਲ ਵਾਰ-ਵਾਰ ਗੱਲ ਕਰ ਰਿਹਾ ਕਿ ਕਾਂਗਰਸ ਤੇ ਅਕਾਲੀ ਦਲ, ਬਾਦਲ ਤੇ ਬੀਜੇਪੀ, ਇਹਦੇ ਤੋਂ ਅਲੱਗ ਇੱਕ ਐਸੀ ਧਿਰ ਹੋਵੇ ਜਿਹੜੀ ਪੰਜਾਬ ਬਾਰੇ ਸੋਚੇ, ਆਪਣੇ ਪੰਜਾਬ ਬਾਰੇ ਸੋਚੇ, ਪੰਜਾਬ ਦੇ ਭਲੇ ਬਾਰੇ ਸੋਚੇ, ਇੱਥੋਂ ਦੀ ਜਵਾਨੀ ਬਾਰੇ ਸੋਚੇ, ਇੱਥੋਂ ਦੀ ਕਿਸਾਨੀ ਬਾਰੇ ਸੋਚੇ, ਇੱਥੋਂ ਦੇ ਮਜ਼ਦੂਰਾਂ ਬਾਰੇ ਸੋਚੇ, ਔਰ ਇੱਥੇ ਜਿਹੜਾ ਵਿਦਿਅਕ ਖੇਤਰ ਦੇ ਵਿੱਚ ਅਸੀਂ ਪਛੜ ਰਹੇ ਹਾਂ, ਔਰ ਜੋ ਇੱਥੋਂ ਦਾ ਸਾਰਾ ਸਿਸਟਮ ਹਿੱਲਿਆ ਪਿਆ ਉਸ ਨੂੰ ਕਿਵੇਂ ਸਹੀ ਕਰ ਸਕੀਏ, ਕਿਵੇਂ ਸਾਡੇ ਬੱਚੇ ਜਿਹੜੇ ਆ ਉਹ ਰੁਜ਼ਗਾਰ ਉਹਨਾਂ ਨੂੰ ਨਹੀਂ ਮਿਲ ਰਿਹਾ, ਉਹ ਵਿਦੇਸ਼ਾਂ ਵੱਲ ਭੱਜ ਰਹੇ ਨੇ। ਵਿਦੇਸ਼ਾਂ ਦੇ ਵਿੱਚ ਵੀ ਜਦੋਂ ਹੁਣ ਮਹਾਮਾਰੀ ਆ ਚੁੱਕੀ ਹੈ ਤਾਂ ਲਟਕੇ ਪਏ ਨੇ, ਨਾ ਬੱਚੇ ਉੱਧਰ ਜਾ ਸਕਦੇ, ਨਾ ਇੱਧਰ ਆ ਸਕਦੇ ਨੇ, ਤੇ ਨਾ ਹੀ ਸਕੂਲ, ਕਾਲਜ, ਯੂਨੀਵਰਸਿਟੀਆਂ ਲੱਗ ਰਹੀਆਂ ਨੇ। ਤਾਂ ਅਜਿਹੇ ਹਾਲਾਤਾਂ ਦੇ ਵਿੱਚ ਇੱਕ ਬੜੇ ਭਿਆਨਕ ਦੌਰ ਦੇ ਵਿੱਚੋਂ ਸਾਡੇ ਪੰਜਾਬ ਦੇ ਲੋਕ ਜਿਹੜੇ ਗੁਜ਼ਰ ਰਹੇ ਨੇ, ਭਾਵੇਂ ਕਿ ਦੇਸ਼ ਦੁਨੀਆ ਦੇ ਵਿੱਚ ਹੀ ਇਹ ਕਹਿਰ ਚੱਲ ਰਿਹਾ ਹੈ, ਪਰ ਪੰਜਾਬ ਦੀ ਪਵਿੱਤਰ ਧਰਤੀ ਤੇ ਜਿੱਥੇ ਵਾਰ-ਵਾਰ ਸਿੱਖ ਕੌਮ ਤੇ ਪੰਜਾਬੀਆਂ ਦਾ ਇਮਤਿਹਾਨ ਲਿਆ ਗਿਆ, ਉਸ ਧਰਤੀ ਦੇ ਉੱਤੇ ਜਿਹੜਾ ਐਡਾ ਜ਼ੁਲਮ ਹੋ ਰਿਹਾ, ਉਸ ਨੂੰ ਰੋਕਣ ਲਈ ਤੀਸਰੀ ਧਿਰ, ਸੱਚੇ ਸੁੱਚੇ ਕਿਰਦਾਰ ਵਾਲੇ ਲੋਕ ਅੱਗੇ ਆ ਕੇ ਪੰਥ ਦੀ, ਪੰਜਾਬ ਦੀ ਸੇਵਾ ਕਰਨ ਲਈ ਜਿਹੜੇ ਤਿਆਰ ਹੋਣ, ਉਹਨਾਂ ਦੀ ਭਾਲ ਵਿੱਚ ਅਸੀਂ ਇੱਕ ਜੁੜਤਾ ਵਾਲੇ ਪਾਸੇ ਵਧ ਰਹੇ ਹਾਂ। ਬਹੁਤ ਬਹੁਤ ਧੰਨਵਾਦ। ਕਾਸ਼ ਸਾਡੇ ਕੋਲ ਸਮਾਂ ਹੋਰ ਹੁੰਦਾ, ਅਸੀਂ ਤੁਹਾਡੇ ਨਾਲ ਹੋਰ ਗੱਲਾਂ ਕਰਦੇ, ਤੇ ਅੱਜ ਹੀ ਤੁਹਾਡੇ ਕੋਲੋਂ ਇੱਥੇ ਅਸੀਂ ਖਿਮਾ ਚਾਹਾਂਗੇ। ਇਹ ਸਨ ਜੀ ਸਾਡੇ ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ ਪੀਰ ਮੁਹੰਮਦ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਨਾਲ ਅਸੀਂ ਹੋਰ ਗੱਲਬਾਤ ਨੂੰ ਜਾਰੀ ਰੱਖਾਂਗੇ, ਕਿਉਂਕਿ ਬਹੁਤ ਸਾਰੀਆਂ ਗੱਲਾਂ ਰਹਿ ਗਈਆਂ ਨੇ। ਸੋ ਅਡੀਕੋ ਆਉਣ ਵਾਲੇ ਸਮੇਂ ਤੱਕ, ਜਦੋਂ ਅਸੀਂ ਇਹਨਾਂ ਨੂੰ ਫਿਰ ਦੁਬਾਰਾ ਲੈ ਕੇ ਆਵਾਂਗੇ। ਔਰ ਤੁਹਾਨੂੰ ਇਹ ਲੜੀ ਦੇ ਜਿਹੜੇ ਪ੍ਰੋਗਰਾਮ ਨੇ ਕਿਹੋ ਜਿਹੇ ਲੱਗੇ ਨੇ, ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਨੇ। ਇਹਨਾਂ ਸ਼ਬਦਾਂ ਦੇ ਨਾਲ ਹੀ ਕਰਨੈਲ ਸਿੰਘ ਜੀ ਪੀਰ ਮੁਹੰਮਦ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।